परमेश्वर के कलाम जो पढ़ांगे। यूहन्ना दी अंजील 5 अध्याय। ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯीशु यरूशलेम ਨੂੰ ਗਿਆ। यरूशलेम ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਲਾਅ ਹੈ ਜੋ ਇਬਰਾਨੀ ਭਾਸ਼ਾ ਵਿੱਚ ਬੈਤ ਜਿੱਥਾ ਕਰਕੇ ਸਤਾਉਂਦਾ ਹੈ, ਜਿਹਦੇ 5 ਦਲਾਨ ਹਨ। ਉਹਨਾਂ ਵਿੱਚ ਰੋਗੀ, ਅੰਨੇ, ਲੰਗੇ ਅਤੇ ਲੂਲੇ ਬਹੁਤ ਸਾਰੇ ਪਾਏ ਜਾਂਦੇ। ਔਰ ਉੱਥੇ ਇੱਕ ਮਨੁੱਖ ਸੀ ਜੋ 38 ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ। ਕਹਿਣ ਤੇ ਪਰਮੇਸ਼ਰ ਦੇ ਕਲਾਮ 'ਚ ਅਸੀਂ ਪੜ੍ਹਿਆ ਇੱਕ 38 ਸਾਲਾਂ ਦੇ ਬਿਮਾਰ ਦੇ ਬਾਰੇ ਕਿ ਜਦੋਂ ਪ੍ਰਭੂ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਗਏ, ਯਹੂਦੀਆਂ ਦਾ ਤਿਉਹਾਰ ਦੇ ਸਮੇਂ ਪ੍ਰਭੂ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਗਏ ਔਰ ਉੱਥੇ ਇੱਕ ਤਲਾਅ ਜਿਹਦਾ ਨਾਮ ਬੈਤ ਜਿੱਤਾ ਕਰਕੇ ਸਦਾਉਂਦਾ। ਔਰ ਪੈਣ ਤੇ ਭਰਾਓ, ਉਸ ਤਲਾਅ ਦੇ ਕੰਢੇ ਤੇ ਔਰ ਤਲਾਅ ਦੇ ਜਿਹੜੇ ਆ ਦੁਆਲੇ ਅੰਨੇ, ਲੰਗੇ, ਲੂਲੇ ਬਹੁਤ ਸਾਰੇ ਰੋਗੀ ਬੈਠੇ ਆ। ਕਾਹਦੇ ਵਾਸਤੇ ਬੈਠੇ ਆ ਕਿ ਉਸ ਸਮੇਂ ਕੀ ਕਿ ਜਦੋਂ ਦੂਤ ਪਰਮੇਸ਼ਰ ਦਾ ਹੁੰਦਾ ਸੀ, ਉਸ ਪਾਣੀ ਨੂੰ ਹਿਲਾਉਂਦਾ ਸੀ ਤੇ ਸਭ ਤੋਂ ਪਹਿਲਾਂ ਜਿਹੜਾ ਰੋਗੀ ਪਾਣੀ ਵਿੱਚ ਉਤਰਦਾ ਸੀ ਉਹ ਰੋਗੀ ਚੰਗਾ ਹੁੰਦਾ। ਔਰ ਇਸ ਇੰਤਜ਼ਾਰ ਵਿੱਚ ਬਹੁਤ ਸਾਰੇ ਰੋਗੀ ਜਿਹੜੇ ਆ ਉਹ ਜਗ੍ਹਾ ਤੇ ਬੈਠੇ ਆ ਚੰਗਿਆਈ ਲੈਣ ਦੇ ਲਈ ਕਿ ਜਾਂ ਦੂਤ ਆਵੇ, ਪਾਣੀ ਨੂੰ ਹਿਲਾਵੇ, ਅਸੀਂ ਤਲਾਬ ਵਿੱਚ ਉਤਰੀਏ ਔਰ ਚੰਗੇ ਹੋਈਏ ਤੇ ਆਪਣੇ ਘਰ ਨੂੰ ਜਾਈਏ। ਔਰ ਪੈਣ ਤੇ ਭਰਾਓ, ਉਸ ਜਗ੍ਹਾ ਤੇ ਇੱਕ ਮਰੀਜ਼ 38 ਸਾਲਾਂ ਤੋਂ ਬਿਮਾਰ ਵੀ ਉਸ ਜਗ੍ਹਾ ਤੇ ਮੌਜੂਦ ਹੈ। ਉਹ ਵੀ ਚੰਗਿਆਈ ਦੇ ਇੰਤਜ਼ਾਰ ਵਿੱਚ ਬੈਠਾ ਔਰ ਚੰਗਿਆਈ ਦੀ ਵੇਟ ਕਰ ਰਿਹਾ, ਚੰਗਿਆਈ ਨੂੰ ਉਡੀਕ ਰਿਹਾ ਕਿ ਕਿਸ ਵੇਲੇ ਦੂਤ ਆਵੇ, ਮੈਂ ਪਾਣੀ ਵਿੱਚ ਉਤਰਾਂ। ਪਰ ਪੈਣ ਤੇ ਪ੍ਰੋਬਲਮ ਕੀ ਹੈ, ਮੁਸ਼ਕਿਲ ਕੀ ਹੈ ਕਿ ਉਹਦਾ ਕੋਈ ਆਸਰਾ ਨਹੀਂ ਹੈਗਾ, ਉਸ ਰੋਗੀ ਦਾ ਕੋਈ ਵੀ ਆਸਰਾ ਨਹੀਂ ਹੈ। ਔਰ ਬਾਕੀ ਜਿੰਨੇ ਵੀ ਰੋਗੀ ਨੇ ਉੱਥੇ, ਕਿਸੇ ਦੇ ਨਾਲ ਕੋਈ ਕਿਸੇ ਦਾ ਭੈਣ ਭਰਾ, ਮਾਂ ਬਾਪ, ਰਿਸ਼ਤੇਦਾਰ, ਕੋਈ ਸੱਜਣ ਮਿੱਤਰ ਕਿ ਜਿਵੇਂ ਦੂਤ ਆਉਂਦਾ ਪਾਣੀ ਨੂੰ ਹਿਲਾਉਂਦਾ, ਉਸ ਰੋਗੀ ਨੂੰ ਪਾਣੀ ਵਿੱਚ ਉਤਾਰਦੇ, ਰੋਗੀ ਚੰਗਾ ਹੁੰਦਾ ਤੇ ਆਪਣੇ ਘਰ ਨੂੰ ਚੱਲ ਜਾਂਦੇ। ਪਰ ਇਹ 38 ਸਾਲਾਂ ਤੋਂ ਚੰਗਿਆਈ ਦੇ ਵਿੱਚ ਇੰਤਜ਼ਾਰ ਵਿੱਚ, ਪਰ ਉਸ ਜਗ੍ਹਾ ਤੇ ਬੈਠਾ। ਔਰ ਪੈਣ ਤੇ ਜਦੋਂ ਪ੍ਰਭੂ ਯਿਸੂ ਮਸੀਹ ਉਸ ਜਗ੍ਹਾ ਤੇ ਪਹੁੰਚ ਗਿਆ, ਪ੍ਰਭੂ ਯਿਸੂ ਮਸੀਹ ਉਸ ਜਗ੍ਹਾ ਤੇ ਗਏ ਔਰ ਯਿਸੂ ਮਸੀਹ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲੇ। ਔਰ ਯਿਸੂ ਮਸੀਹ ਨੇ, ਅਸੀਂ ਪਰਮੇਸ਼ਰ ਦੇ ਕਲਾਮ 'ਚ ਪੜ੍ਹਾਂਗੇ ਕਿ ਲਿਖਿਆ, ਯਿਸੂ ਨੇ ਉਸ ਨੂੰ ਪਿਆ ਹੋਇਆ ਵੇਖ ਕੇ, ਇਹ ਜਾਣ ਕੇ ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ। ਹਾਲੇਲੂਇਆ। ਯਿਸੂ ਮਸੀਹ ਜਦੋਂ ਉਸ ਜਗ੍ਹਾ ਤੇ ਪਹੁੰਚੇ ਔਰ ਯਿਸੂ ਮਸੀਹ ਨੇ ਵੇਖਿਆ ਆਪਣੇ ਮਨ ਨਾਲ ਜਾਣ ਕੇ ਕਿ ਇਸ ਨੂੰ ਹੁਣ ਬਹੁਤ ਸਮਾਂ ਹੋ ਗਿਆ, 38 ਸਾਲ ਹੋ ਗਏ ਉਹਨੂੰ, 38 ਸਾਲ ਹੋ ਗਏ ਚੰਗਿਆਈ ਦਾ ਇੰਤਜ਼ਾਰ ਕਰਦੇ ਨੇ। ਔਰ ਯਿਸੂ ਮਸੀਹ ਦਾ ਜਿਹੜਾ ਦਿਲ ਆ ਉਹ ਤਰਸਣਾ ਭਰ ਗਿਆ, ਰਹਿਮ ਨਾਲ ਭਰ ਗਿਆ, ਕਿਉਂਕਿ ਉਹਦੇ ਰਹਿਮ ਬਹੁਤ, ਪ੍ਰਭੂ ਯਿਸੂ ਮਸੀਹ ਦੇ ਦਿਲ ਵਿੱਚ ਬਹੁਤ ਰਹਿਮ, ਬਹੁਤ ਵੱਡੀ ਕਿਰਪਾ ਪ੍ਰਭੂ ਯਿਸੂ ਮਸੀਹ ਦੀ। ਤੇ ਪ੍ਰਭੂ ਔਰ ਯਿਸੂ ਮਸੀਹ ਨੇ ਪੁੱਛਿਆ ਉਹਨੂੰ ਕਿ ਤੈਨੂੰ ਹੁਣ ਬਹੁਤ ਸਮਾਂ ਹੋ ਗਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ? ਔਰ ਉਸਨੇ ਅੱਗੋਂ ਕੀ ਕਿਹਾ, ਪਰਮੇਸ਼ਰ ਦੇ ਕਲਾਮ 'ਚ ਪੜ੍ਹਾਂਗੇ ਲਿਖਿਆ, ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਲਾਅ ਵਿੱਚ ਉਤਾਰੇ, ਪਰ ਜਦੋਂ ਮੈਂ ਆਪ ਜਾਂਦਾ ਹਾਂ ਤਾਂ ਕੋਈ ਹੋਰ ਮੇਥੋਂ ਅੱਗੇ ਉਤਰ ਪੈਂਦਾ। ਉਸ ਰੋਗੀ ਨੇ ਪ੍ਰਭੂ ਯਿਸੂ ਮਸੀਹ ਨੂੰ ਜਵਾਬ ਦਿੱਤਾ ਕਿ ਪ੍ਰਭੂ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਉਸ ਤਲਾਅ ਵਿੱਚ ਉਤਾਰੇ ਤੇ ਮੈਂ ਚੰਗਾ ਹਾਂ। ਪਰ ਪ੍ਰਭੂ ਯਿਸੂ ਮਸੀਹ ਨੇ ਕਹਿਣ ਤੇ ਪ੍ਰਭੂ ਕੀ ਕਿਹਾ? ਪ੍ਰਭੂ ਯਿਸੂ ਮਸੀਹ ਨੇ ਉਹਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਤੇ ਤੁਰ ਪਓ। ਯਿਸੂ ਮਸੀਹ ਨੇ ਆਖਿਆ, ਉੱਠ, ਆਪਣੀ ਮੰਜੀ ਚੁੱਕ ਤੇ ਤੁਰ ਪੈ, ਤੈਨੂੰ ਪਾਣੀ ਵਿੱਚ ਉਤਰਨ ਦੀ ਹੁਣ ਲੋੜ ਨਹੀਂ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੈਨੂੰ ਹੁਣ ਪਾਣੀ ਵਿੱਚ ਉਤਰਨ ਦੀ ਵੀ ਲੋੜ ਨਹੀਂ। ਯਿਸੂ ਮਸੀਹ ਨੇ ਆਪਣੇ ਸ਼ਬਦ ਨਾਲ ਚੱਲਣਾ। ਇਸ ਲਈ ਪੈਣ ਤੇ ਪ੍ਰਭੂ, ਜਦੋਂ ਵੀ ਸਾਡੀ ਮੁਸ਼ਕਲ, ਬਿਮਾਰੀ, ਪਰੇਸ਼ਾਨੀ, ਸਾਡੀ ਜ਼ਿੰਦਗੀ ਵਿੱਚ ਜੇ ਕੋਈ ਪਰੇਸ਼ਾਨੀ
ਕੋਈ ਮੁਸੀਬਤ ਆ, ਕੋਈ ਕਰਜ਼ਾ, ਕੋਈ ਗਰੀਬੀ ਆ, ਔਰ ਪਰਮੇਸ਼ਰ ਦੇ ਵਿੱਚ ਇੰਤਜ਼ਾਰ ਕਰਦੇ ਨੇ। ਪਰਮੇਸ਼ਰ ਸਾਨੂੰ ਜ਼ਰੂਰ ਆਜ਼ਾਦੀ ਦੇ ਛੁਟਕਾਰਾ ਦੇਣਗੇ ਉਸ ਬਿਮਾਰੀ ਤੋਂ, ਪਰੇਸ਼ਾਨੀ ਤੋਂ, ਮੁਸੀਬਤ ਤੋਂ, ਗਰੀਬੀ ਤੋਂ, ਤੰਗੀ ਤੋਂ ਸਾਨੂੰ ਛੁਟਕਾਰਾ ਦੇਣਗੇ, ਕਿਉਂਕਿ ਛੁਟਕਾਰਾ ਦੇਣ ਵਾਲਾ ਪਰਮੇਸ਼ਰ ਰਹਿਮਦਿਲ ਪਰਮੇਸ਼ਰ ਆ, ਉਹਦੀ ਦਇਆ ਬਹੁਤ ਵੱਡੀ ਆ। ਔਰ ਭੈਣ ਤੇ ਭਰਾਓ, ਕਈ ਵਾਰ ਸਾਡੀ ਜੋ ਚੰਗਿਆਈ ਆ ਸਾਨੂੰ ਜਲਦੀ ਨਹੀਂ ਮਿਲਦੀ, ਟਾਈਮ ਲੱਗਦਾ, ਸਾਨੂੰ ਇੰਤਜ਼ਾਰ ਕਰਨਾ ਪੈਂਦਾ। ਉਹਦਾ ਕਾਰਨ ਕੀ ਹੈ ਕਿ ਪ੍ਰਭੂ ਯਿਸੂ ਮਸੀਹ ਜਿਵੇਂ ਹੀ ਸਾਡੇ ਜੀਵਨ 'ਤੇ ਕੋਈ ਮੁਸ਼ਕਲ ਆਉਂਦੀ ਹੈ, ਕੋਈ ਪਰੇਸ਼ਾਨੀ ਹੁੰਦੀ ਹੈ, ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰਦੇ ਉਸੇ ਵੇਲੇ ਪਰਮੇਸ਼ਰ ਸਾਡੇ ਵੱਲ ਧਿਆਨ ਦੇਣਾ ਸ਼ੁਰੂ ਕਰਦੇ। ਪਰ ਸਾਨੂੰ ਚੰਗਿਆਈ ਬਹੁਤ ਸਮਾਂ ਲੇਟ ਮਿਲਦੀ ਕਈ ਵਾਰ, ਕਿਉਂਕਿ ਪ੍ਰਭੂ ਯਿਸੂ ਮਸੀਹ ਸਾਨੂੰ ਬਿਮਾਰੀ ਤੋਂ ਵੀ ਬਚਾਉਣਾ ਚਾਹੁੰਦੇ ਆ ਔਰ ਨਰਕ ਦੀ ਅੱਗ ਤੋਂ ਵੀ ਬਚਾਉਣਾ ਚਾਹੁੰਦੇ ਆ। ਔਰ ਭੈਣ ਤੇ ਭਰਾਓ, ਬਹੁਤ ਸਾਰੇ ਲੋਕ ਨੇ ਭੈਣ ਭਰਾ ਜਦੋਂ ਚੰਗਿਆਈ ਲੈਂਦੇ ਆ ਔਰ ਪਰਮੇਸ਼ਰ ਦੇ ਵੱਲ ਫਿਰ ਪਿੱਛੇ ਮੁੜ ਕੇ ਵੇਖਦੇ ਨੇ, ਔਰ ਬਿਮਾਰੀ ਤੋਂ ਤਾਂ ਉਹ ਬਚਦੇ, ਪਰ ਨਰਕ ਦੀ ਅੱਗ ਤੋਂ ਕਿਵੇਂ ਬਚਣਗੇ? ਇਸ ਲਈ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨੇੜੇ ਆਵਾਂਗੇ, ਪ੍ਰਭੂ ਯਿਸੂ ਮਸੀਹ ਦੇ ਨਾਲ ਕਰ ਰਿਲੇਸ਼ਨ ਜਿਹੜਾ ਜੋੜਾਂਗੇ, ਤੋਬਾ ਕਰਾਂਗੇ, ਬਪਤਿਸਮਾ ਲਵਾਂਗੇ, ਫਿਰ ਹੀ ਅਸੀਂ ਨਰਕ ਦੀ ਅੱਗ ਤੋਂ ਬਚ ਸਕਦੇ। ਇਸ ਲਈ ਪ੍ਰਭੂ ਯਿਸੂ ਮਸੀਹ ਸਾਨੂੰ ਬਿਮਾਰੀ ਤੋਂ ਇਹ ਛੁਟਕਾਰਾ ਇੱਕ ਸ਼ਬਦ ਨਾਲ ਦੇ ਸਕਦੇ ਆ। ਇੱਕ ਸ਼ਬਦ ਨਾਲ, ਜਿਸ ਤਰ੍ਹਾਂ ਇਹਨੂੰ 38 ਸਾਲਾਂ ਦੇ ਨੂੰ ਰੋਗੀ ਨੂੰ ਪਰਮੇਸ਼ਰ ਨੇ ਇੱਕੋ ਸ਼ਬਦ ਨਾਲ ਛੁਟਕਾਰਾ ਦਿੱਤਾ, ਬਿਮਾਰੀ ਤੋਂ ਆਜ਼ਾਦ ਕਰਵਾਇਆ। ਪਰ ਕੀ ਆ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਆਪਣੇ ਨਾਲ ਸਦਾ ਰੱਖਣਾ ਚਾਹੁੰਦੇ ਆ। ਪ੍ਰਭੂ ਯਿਸੂ ਮਸੀਹ ਚਾਹੁੰਦੇ ਆ ਕਿ ਜੋ ਕੋਈ ਇਨਸਾਨ ਬਿਮਾਰੀ ਤੋਂ ਠੀਕ ਹੋਇਆ, ਬਿਮਾਰੀ, ਪਰੇਸ਼ਾਨੀ, ਮੁਸੀਬਤ ਇੱਕ ਬਹਾਨਾ ਭੈਣਾਂ ਭਰਾਓ, ਇੱਕ ਜ਼ਰੀਆ ਪਰਮੇਸ਼ਰ ਦੇ ਨੇੜੇ ਆਉਣ ਦਾ। ਔਰ ਜਦੋਂ ਸਾਨੂੰ ਕੋਈ ਮੌਕਾ ਮਿਲਦਾ, ਇਸ ਤਰ੍ਹਾਂ ਪਰਮੇਸ਼ਰ ਸਾਨੂੰ ਬਚਾਉਂਦੇ, ਸਾਡੇ 'ਤੇ ਕਿਰਪਾ ਕਰਦੇ। ਕਦੀ ਵੀ ਸਾਨੂੰ ਪਰਮੇਸ਼ਰ ਨੂੰ ਛੱਡ ਕੇ ਪਿੱਛੇ ਨਹੀਂ ਜਾਣਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇੱਥੇ ਇਸ ਰੋਗੀ ਨੂੰ ਇੱਕ ਸਲਾਹ ਦਿੱਤੀ ਆ, ਇੱਕ ਸਿੱਖਿਆ ਦਿੱਤੀ ਆ। ਅਸੀਂ 14 ਦੇ ਵਿੱਚ ਪੜ੍ਹੀਏ, ਲਿਖਿਆ, ਇਹਦੇ ਪਿੱਛੋਂ ਯੀਸ਼ੂ ਉਹਨੂੰ ਹੈਕਲ ਵਿੱਚ ਮਿਲਿਆ ਅਤੇ ਉਹਨੂੰ ਕਿਹਾ, ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਕਿਤੇ ਇਉਂ ਨਾ ਹੋਵੇ ਜੋ ਇਸ ਨਾਲੋਂ ਵੀ ਵੱਡੀ ਬੁਰੀ ਬਿਪਤਾ ਤੇਰੇ ਉੱਤੇ ਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੂੰ ਜਦੋਂ ਇਹ ਰੋਗੀ ਚੰਗਾ ਹੋਣ ਤੋਂ ਬਾਅਦ ਹੈਕਲ ਵਿੱਚ ਮਿਲਿਆ, ਔਰ ਯਿਸੂ ਮਸੀਹ ਨੇ ਕੀ ਕਿਹਾ ਕਿ ਵੇਖ ਹੁਣ ਤੂੰ ਚੰਗਾ ਹੋ ਗਿਆ, ਤੇਰੀ ਬਿਮਾਰੀ ਦੂਰ ਹੋ ਗਈ ਹੈ, ਹੁਣ ਦੁਬਾਰਾ ਪਾਪ ਨਾ ਕਰ, ਕਿਤੇ ਇਹ ਅਜਿਹਾ ਨਾ ਹੋਵੇ ਵੀ ਇਸ ਨਾਲੋਂ ਵੱਡੀ ਬੁਰੀ ਬਿਪਤਾ ਤੇਰੇ ਉੱਤੇ ਆ ਪਵੇ। ਇਸ ਲਈ ਭੈਣ ਤੇ ਕਹੋ, ਪ੍ਰਭੂ ਯਿਸੂ ਮਸੀਹ ਨਹੀਂ ਚਾਹੁੰਦੇ ਕਿ ਆਪਾਂ ਫਿਰ ਪਾਪ ਵਿੱਚ ਜਾਈਏ। ਇੱਕ ਵਾਰੀ ਪਾਪ ਚੋਂ ਨਿਕਲੇ ਬਾਹਰ, ਉਸ ਤੋਂ ਦੁਬਾਰਾ ਅਸੀਂ ਪਾਪ ਵਿੱਚ ਜਾਣਾ, ਇਹ ਪ੍ਰਭੂ ਯਿਸੂ ਮਸੀਹ ਨੂੰ ਚੰਗਾ ਨਹੀਂ ਲੱਗਦਾ। ਕਿ ਪ੍ਰਭੂ ਜਦੋਂ ਅਸੀਂ ਪਾਪ ਤੋਂ ਨਿਕਲੇ ਹਾਂ, ਬਿਮਾਰੀ ਤੋਂ ਛੁਟਕਾਰਾ ਮਿਲਿਆ, ਪ੍ਰਭੂ ਯਿਸੂ ਮਸੀਹ ਨੇ ਬਚਾਇਆ, ਔਰ ਉਸ ਤੋਂ ਬਾਅਦ ਅਸੀਂ ਪਰਮੇਸ਼ਰ ਵੱਲ ਹੀ ਤੁਰੇ ਰਹੇ। ਔਰ ਉਹਨਾਂ ਭੈਣਾਂ ਭਰਾਵਾਂ ਦੇ ਲਈ ਮੈਸੇਜ ਆ ਕਿ ਜਿਨ੍ਹਾਂ ਨੂੰ ਪਰਮੇਸ਼ਰ ਦੇ ਇੰਤਜ਼ਾਰ ਵਿੱਚ, ਜਿਨ੍ਹਾਂ ਨੂੰ ਬਹੁਤ ਸਮਾਂ ਹੋ ਗਿਆ, ਜੋ ਤੰਗੀ ਵਿੱਚ, ਮੁਸੀਬਤ ਵਿੱਚ, ਪਰੇਸ਼ਾਨੀ ਵਿੱਚ ਜਾਂ ਕਿਸੇ ਬਿਮਾਰੀ ਵਿੱਚ ਨੇ, ਉਹ ਆਪਣੇ ਵਿਸ਼ਵਾਸ ਨੂੰ ਇਸੇ ਤਰ੍ਹਾਂ ਮਜ਼ਬੂਤ ਰੱਖਣਾ, ਕਿਉਂਕਿ ਪਰਮੇਸ਼ਰ ਉਹਨਾਂ ਨੂੰ ਚੰਗਿਆਈ ਜ਼ਰੂਰ ਦੇ। ਕਿਉਂਕਿ ਬਾਈਬਲ 'ਚ ਲਿਖਿਆ, ਪਰਮੇਸ਼ਰ ਆਪਣੇ ਵਾਅਦਿਆਂ ਦਾ ਸੱਚਾ ਔਰ ਜਿੰਦਾ ਖੁਦਾ ਵਾ। ਧਰਤੀ ਤੇ ਆਕਾਸ਼ ਢਲ ਸਕਦੇ ਆ, ਪਰ ਪਰਮੇਸ਼ਰ ਦੇ ਵਚਨ ਕਦੇ ਵੀ ਢਲ ਨਹੀਂ ਸਕਦੇ। ਔਰ ਜਿਸ ਵੇਲੇ ਸਾਰੇ ਰਸਤੇ ਬੰਦ ਹੋ ਜਾਣੇ, ਉਸ ਵੇਲੇ ਪਰਮੇਸ਼ਰ ਸਾਡੀ ਮਦਦ ਲਈ ਆਉਣਗੇ। ਜਿਸ ਤਰ੍ਹਾਂ ਇਸ ਰੋਗੀ ਦੇ ਲਈ ਕੋਈ ਵੀ ਆਸਰਾ ਨਹੀਂ ਹੈਗਾ, ਕੋਈ ਆਦਮੀ ਨਹੀਂ ਇਹਦਾ ਉਤਾਰਨ ਵਾਲਾ ਪਾਣੀ ਵਿੱਚ, ਔਰ ਹਰ ਰੋਜ਼ ਇਹ ਉਡੀਕਦਾ ਹੋਣਾ, ਹਰ ਰੋਜ਼ ਕਿਸੇ ਨੂੰ ਮੈਂ ਕੀ ਬੈਠਾ ਵਾ, ਜਿਸ ਤਰ੍ਹਾਂ ਦਾ ਕੋਈ ਆਸਰਾ ਨਹੀਂ ਹੈਗਾ ਇਸ ਰੋਗੀ ਦਾ, ਪਰ ਪਰਮੇਸ਼ਰ ਇਹਦਾ ਆਸਰਾ ਬਣ ਕੇ ਆਇਆ। ਚਾਹੇ ਇਹਦੇ ਨਾਲ ਕੋਈ ਆਦਮੀ ਨਹੀਂ, ਪਰ ਪਰਮੇਸ਼ਰ ਆਸਰਾ ਬਣ ਕੇ, ਪਰਮੇਸ਼ਰ ਨੇ ਇੱਕ ਸ਼ਬਦ ਨਾਲ ਚੰਗਿਆਈ ਦਿੱਤੀ। ਉਸੇ ਤਰ੍ਹਾਂ ਭੈਣ ਤੇ ਭਰਾਓ, ਪਰਮੇਸ਼ਰ ਵੀ ਸਾਨੂੰ ਆਪਣੇ ਇੱਕ ਸ਼ਬਦ ਨਾਲ ਚੰਗਿਆਈ ਦੇ ਸਕਦਾ। ਸਾਨੂੰ ਲੋੜ ਆ ਕਿ ਵਿਸ਼ਵਾਸ ਕਰਨਾ ਪਰਮੇਸ਼ਰ, ਔਰ ਆਪਣੇ ਵਿਸ਼ਵਾਸ ਵਿੱਚ ਕਦੇ ਵੀ ਢਿੱਲੇ ਨਹੀਂ ਹੋਣਾ, ਆਪਣੇ ਵਿਸ਼ਵਾਸ ਨੂੰ ਕਦੇ ਘਟਾ ਨਹੀਂ ਦੇਣਾ।